ਹੈਲੋ ਪਿਆਰੇ ਵਿਦਿਆਰਥੀਓ, ਮੇਰਾ ਨਾਮ ਰੁਪਿੰਦਰ ਕੌਰ ਹੈ ਅਤੇ ਮੈਂ ਵੈਲਕਮ ਕਰਦੀ ਹਾਂ ਤੁਹਾਡੇ ਸਭ ਦਾ ਆਪਣੇ ਇਸ YouTube ਚੈਨਲ ਦੇ ਵਿੱਚ। ਸੋ ਅੱਜ ਆਪਾਂ ਬੱਚਿਓ ਪੜ੍ਹਨਾ ਹੈ ਕਰੋਨਾ ਵਾਇਰਸ ਡਿਜ਼ੀਜ਼ ਬਾਰੇ, ਦੈਟ ਇਜ਼ ਕੋਵਿਡ-19। ਕੋਵਿਡ-19 ਦੇ ਬਾਰੇ ਕੀ ਰਿਸਪੌਂਸ ਨੇ, ਕਿਵੇਂ ਉਹ ਕੰਟੈਮੀਨੇਸ਼ਨ ਕਰਦਾ ਹੈ ਜਾਂ ਕਿਵੇਂ ਇਹ ਡਿਜ਼ੀਜ਼ ਜਿਹੜੀ ਹੈਗੀ ਆਪਾਂ ਨੂੰ ਇਨਫੈਕਟ ਕਰਦੀ ਹੈ, ਉਹਦੇ ਬਾਰੇ ਆਪਾਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ। ਸੋ ਪਹਿਲਾਂ ਤਾਂ ਅੰਡਰਸਟੈਂਡ ਕਰੀਏ ਵੀ ਕੋਵਿਡ-19 ਹੈਗਾ ਕੀ ਹੈ। ਕੋਵਿਡ-19 ਦੀ ਫੁੱਲ ਫਾਰਮ ਹੈਗੀ ਹੈ ਜੀ ਕਰੋਨਾ ਵਾਇਰਸ ਡਿਜ਼ੀਜ਼ 2019, ਕਿਉਂਕਿ 2019 ਦੇ ਵਿੱਚ ਆਈ ਸੀ ਨਾ, ਇਸ ਕਰਕੇ ਆਪਾਂ ਇਹਨੂੰ ਕੋਵਿਡ-19 ਬੋਲਦੇ ਹਾਂ। ਅਤੇ ਅਗਰ ਕੋਈ ਤੁਹਾਨੂੰ ਪੁੱਛਦਾ ਵੀ ਕੋਵਿਡ-19 ਦੀ ਫੁੱਲ ਫਾਰਮ ਹੈ ਤਾਂ ਯੂ ਵੁੱਡ ਸੇ ਕਰੋਨਾ ਵਾਇਰਸ ਡਿਜ਼ੀਜ਼ 2019। ਇਸ ਤੋਂ ਬਾਅਦ ਅਗਰ ਆਪਾਂ ਦੇਖੀਏ ਇਹ ਕਿਹੜੇ ਵਾਇਰਸ ਦੁਆਰਾ ਕਾਜ਼ ਕੀਤੀ ਜਾਂਦੀ ਹੈ, ਇਹ ਕਰੀ ਜਾਂਦੀ ਹੈ ਜੀ SARS CoV-2 ਵਾਇਰਸ। ਇਹ ਰੈਸਪੀਰੇਟਰੀ ਟਰੈਕ ਡਿਜ਼ੀਜ਼ ਹੈ ਬੱਚਿਓ, ਦੈਟਸ ਵਾਈ SARS CoV-2 ਵਾਇਰਸ ਜਿਹੜਾ ਹੈਗਾ ਇਹਨੂੰ ਕਾਜ਼ ਕਰਦਾ ਹੈ। ਹੁਣ ਅਗਰ ਆਪਾਂ ਦੇਖੀਏ ਇਹਦੇ ਸਿੰਪਟਮ ਕੀ ਹੈ ਤਾਂ ਮੇਨਲੀ ਜੋ ਸਿੰਪਟਮ ਹੁੰਦੇ ਆ ਉਹ ਹੈਗੇ ਆ ਫੀਵਰ, ਕਫ ਅਤੇ ਆਪਾਂ ਨੂੰ ਜਿਹੜੀ ਬਰੀਥਿੰਗ ਆ ਉਹਦੇ 'ਚ ਡਿਫੀਕਲਟੀ ਹੁੰਦੀ ਹੈ। ਕਿਉਂਕਿ ਆਪਣੀ ਗਵਰਨਮੈਂਟ ਨੇ ਕਿਉਂਕਿ ਇਹ ਜਿਹੜੀ ਸੀਗੀ ਪੂਰੀ ਹੀ ਐਪੀਡੈਮਿਕ ਡਿਜ਼ੀਜ਼ ਬਣ ਗਈ ਸੀਗੀ, ਸਾਰੀ ਥਾਂ 'ਤੇ ਇਹ ਫੈਲ ਗਈ ਸੀ। ਇਸ ਕਰਕੇ ਇਹਦੇ ਲਈ ਫਿਰ ਆਪਣੇ ਜੋ ਮਿਨਿਸਟਰੀ ਆਫ ਹੈਲਥ ਹੈ ਉਹਨਾਂ ਨੇ ਹੈਲਪਲਾਈਨ ਨੰਬਰ ਵੀ ਜਿਹੜੇ ਸੀਗੇ ਜਾਰੀ ਕਰਤੇ ਸੀਗੇ। ਐਂਡ ਇਹ ਡਿਜ਼ੀਜ਼ ਨੂੰ ਹੁਣੇ ਆਪਾਂ ਕ੍ਰਾਸ ਕਰਕੇ ਆਏ ਹਾਂ, ਪਲੱਸ ਇਹ ਹੱਲੇ ਵੀ ਚੱਲ ਰਹੀ ਹੈ, ਤਾਂ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਇਹਦੀਆਂ ਆਲਰੇਡੀ ਪਤਾ ਹੈ। ਹੁਣ ਅਗਰ ਆਪਾਂ ਨੈਕਸਟ ਗੱਲ ਕਰੀਏ ਤਾਂ ਸੈਸ਼ਨ 2 ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਆਪਾਂ ਇਹਨੂੰ ਪ੍ਰੀਵੈਂਟ ਕਿਵੇਂ ਕਰ ਸਕਦੇ ਹਾਂ, ਜੋ ਕਰੋਨਾ ਵਾਇਰਸ ਡਿਜ਼ੀਜ਼ ਹੈਗੀ ਆ ਉਹਨੂੰ ਆਪਾਂ ਕਿਵੇਂ ਰੋਕ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਆਪਦੇ ਹੱਥਾਂ ਦੀ ਸਫਾਈ ਦਾ ਧਿਆਨ ਰੱਖ ਕੇ ਆਪਾਂ ਆਪਣੀ ਜਿਹੜੀ ਰੈਸਪੀਰੇਟਰੀ ਟਰੈਕ ਹੈ, ਮਤਲਬ ਸਾਹ ਲੈਣ ਵਾਲਾ ਜਿਹੜਾ ਟਰੈਕ ਹੈਗਾ ਉਹਦਾ ਖਿਆਲ ਰੱਖ ਕੇ ਉਹਦੀ ਹਾਈਜੀਨ ਨੂੰ ਮੇਨਟੇਨ ਕਰਕੇ ਆਪਾਂ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਹੈ, ਸਮਾਜਿਕ ਦੂਰੀ ਜਿਹੜੀ ਹੈਗੀ ਆ ਉਹਨੂੰ ਬਣਾ ਕੇ, ਅਤੇ ਜਿਹੜੇ ਹਾਈ ਏਜ ਗਰੁੱਪ, ਜਿਹੜੇ ਹਾਈ ਰਿਸਕ ਗਰੁੱਪ ਹੈਗੇ ਜਿਵੇਂ ਕਿ ਓਲਡ ਏਜ ਪਰਸਨਸ ਜਾਂ ਜਿਨ੍ਹਾਂ ਨੂੰ ਡਾਇਬਟੀਜ਼ ਹੈ ਜਾਂ ਜਿਨ੍ਹਾਂ ਦਾ ਹਾਈਪਰਟੈਂਸ਼ਨ ਜਿਨ੍ਹਾਂ ਨੂੰ ਰਹਿੰਦੀ ਹੈ, ਉਹਨਾਂ ਨੂੰ ਜਿਹੜਾ ਹੈਗਾ ਇਸ ਇਰਾ ਤੋਂ ਦੂਰ ਰੱਖ ਕੇ ਆਪਾਂ ਜਿਹੜਾ ਹੈਗਾ ਬਚਾ ਸਕਦੇ ਹਾਂ। ਚਲੋ ਹੁਣ ਆਪਾਂ 1 ਬਾਏ 1 ਹਰ ਇੱਕ ਫੈਕਟਰ ਦੇ ਬਾਰੇ ਜਾਣਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖੀਏ ਵੀ ਇਹ ਮੋਡ ਆਫ ਇਹਦਾ ਟਰਾਂਸਮਿਸ਼ਨ ਕੀ ਹੈ। ਮੋਡ ਆਫ ਟਰਾਂਸਮਿਸ਼ਨ ਦਾ ਮਤਲਬ ਵੀ ਇਹ ਫੈਲਦਾ ਕਿਵੇਂ ਹੈ। ਮੰਨ ਲਓ ਅਗਰ ਮੈਨੂੰ ਕੋਈ ਇਨਫੈਕਸ਼ਨ ਹੈ ਜਾਂ ਮੈਨੂੰ ਕਿਸੇ ਤਰ੍ਹਾਂ ਦਾ ਵੀ ਕੋਵਿਡ ਦਾ ਸਿੰਪਟਮ ਹੈ, ਅਗਰ ਮੈਂ ਉੱਥੇ ਸਨੀਜ਼ ਕਰ ਜਾਂਦੀ ਹਾਂ, ਇਨਫੈਕਟਡ ਪਰਸਨ ਅਗਰ ਸਨੀਜ਼ ਕਰ ਜਾਂਦਾ ਹੈ ਜਾਂ ਉਹਦੇ ਇਨਫੈਕਟਡ ਡ੍ਰੌਪਲੇਟ ਲਾਈਕ ਨੇਜ਼ਲ ਡ੍ਰੌਪਲੇਟ, ਉਹਦੇ ਨੱਕ ਦੇ ਵਿੱਚੋਂ ਕੋਈ ਪਾਣੀ ਨਿਕਲਦਾ ਹੈ ਜਾਂ ਮੂੰਹ 'ਚੋਂ ਜੋ ਪਾਣੀ ਨਿਕਲਦਾ ਹੈ, ਤਾਂ ਅਗਰ ਉਹ ਕਿਸੇ ਦੇ ਕੰਟੈਕਟ 'ਚ ਆਉਂਦਾ ਹੈ ਜਾਂ ਕਿਸੇ ਦੇ ਹੱਥ 'ਤੇ ਇਨਫੈਕਟਡ ਡ੍ਰੌਪਲੇਟਸ ਟੱਚ ਕਰ ਗਏ ਜਾਂ ਕਿਸੇ ਦੋ ਬੰਦਿਆਂ ਨੇ ਵਿੱਚੋਂ ਇੱਕ ਇਨਫੈਕਟਡ ਨੇ ਇੱਕ ਹੈਲਦੀ ਨਾਲ ਹੈਂਡ ਸ਼ੇਕ ਕਰ ਲਿਆ ਜਾਂ ਕੋਈ ਇਨਫੈਕਟਡ ਸਰਫੇਸ ਨੂੰ ਜਿਹੜਾ ਹੈਗਾ ਆਪਾਂ ਉਹ ਕਰ ਲਿਆ, ਟੱਚ ਕਰ ਲਿਆ, ਠੀਕ ਹੈ ਜੀ, ਜਾਂ ਫਿਰ ਆਪਾਂ ਕਿਤੇ ਵੀ ਡ੍ਰੌਪਲੇਟਸ ਪਈਆਂ ਕਿਸੇ ਹੈਂਡਲ 'ਤੇ ਜਾਂ ਕੋਈ ਸਨੀਜ਼ ਕਰ ਰਿਹਾ ਉਹਦੇ ਆਸੇ ਪਾਸੇ ਅਗਰ ਆਪਾਂ ਖੜ ਲਏ ਤਾਂ ਇਸ ਤਰੀਕੇ ਨਾਲ ਆਪਾਂ ਨੂੰ ਜਿਹੜਾ ਹੈਗਾ ਟਰਾਂਸਮਿਸ਼ਨ ਜਿਹੜੀ ਹੈਗੀ ਹੈ ਹੋ ਸਕਦੀ ਹੈ। ਮਤਲਬ ਇਸ ਤਰੀਕੇ ਨਾਲ ਆਪਾਂ ਨੂੰ ਵਾਇਰਸ ਜਿਹੜਾ ਹੈਗਾ ਇਨਫੈਕਟ ਕਰ ਸਕਦਾ ਹੈ। ਹੁਣ ਆਪਾਂ ਦੇਖਦੇ ਹਾਂ ਵੀ ਆਪਾਂ ਦੇਖੋ ਜਿਵੇਂ ਪਿਛਲੀ ਸਲਾਈਡ ਦੇ ਵਿੱਚ ਤੁਸੀਂ ਦੇਖਿਆ ਵੀ ਜੋ ਮੋਡ ਆਫ ਟਰਾਂਸਮਿਸ਼ਨ ਹੈ ਜ਼ਿਆਦਾਤਰ ਹੱਥ ਦੇ ਨਾਲ ਹੀ ਹੈ, ਕਿਉਂਕਿ ਅਗਰ ਆਪਣੇ ਹੱਥ ਕਿਸੇ ਵੀ ਤਰ੍ਹਾਂ ਦੇ ਡ੍ਰੌਪਲੇਟ ਦੇ ਨਾਲ ਜਾਂ ਉਸ ਇਨਫੈਕਸ਼ਨ ਫਲੂਇਡ ਦੇ ਨਾਲ ਅਗਰ ਕੰਟੈਕਟ ਦੇ ਵਿੱਚ ਆ ਜਾਂਦੇ ਤਾਂ ਓਬਵੀਅਸਲੀ ਉਹ ਹੱਥ ਆਪਾਂ ਨੱਕ, ਕੰਨ, ਮੂੰਹ ਦੇ ਨਾਲ ਵੀ ਟੱਚ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਵੇਖਣਾ ਵੀ ਆਪਾਂ ਆਪਦੇ ਹੱਥਾਂ ਨੂੰ ਕਿਵੇਂ ਸਾਫ਼ ਰੱਖ ਸਕਦੇ ਹਾਂ। ਸੋ ਹੈਂਡ ਹਾਈਜੀਨ ਨੂੰ ਮੇਨਟੇਨ ਕਰਨ ਦੇ ਲਈ ਆਪਾਂ ਨੂੰ ਜ਼ਰੂਰੀ ਹੈ ਵੀ ਆਪਾਂ ਜਿਹੜੇ ਆਪਣੇ ਹੈਂਡਸ ਹੈਗੇ ਉਹਨਾਂ ਨੂੰ ਵਾਸ਼ ਕਰੀਏ ਇੱਕ ਪਰਟੀਕੂਲਰ ਇੰਸਟੈਂਟ ਆਫ ਟਾਈਮ ਤੋਂ ਬਾਅਦ, ਰੈਗੂਲਰ ਵਾਸ਼ ਕਰਦੇ ਰਹੀਏ, ਕਿਉਂਕਿ ਹੱਥ ਧੋਣ ਨਾਲ ਬਹੁਤ ਸਾਰੇ ਬੈਕਟੀਰੀਆ ਜਿਹੜੇ ਹੈਗੇ ਆ ਜੋ ਆਪਣੇ ਹੱਥਾਂ ਦੇ ਨਾਲ ਲੱਗੇ ਹੁੰਦੇ ਆ ਉਹ ਜਿਹੜੇ ਹੈਗੇ ਆ ਲੈ ਸਕਦੇ ਆ, ਖਤਮ ਹੋ ਸਕਦੇ ਆ। ਜ਼ਿਆਦਾਤਰ ਐਕਟੀਵਿਟੀਜ਼ ਆਪਾਂ ਜੋ ਪਰਫੋਰਮ ਕਰਦੇ ਹਾਂ ਉਹ ਹੈਂਡਸ ਦੇ ਨਾਲ ਹੀ ਕਰਦੇ ਹਾਂ। ਸੋ ਸਭ ਤੋਂ ਬੈਟਰ ਤਰੀਕਾ ਹੈਗਾ ਆਪਦੇ ਹੱਥਾਂ ਨੂੰ ਵਾਸ਼ ਕਰੋ 40 ਸੈਕਿੰਡ ਤੱਕ, ਜਾਂ ਤਾਂ ਵਧੀਆ ਸਾਬਣ ਦੇ ਨਾਲ ਆਪਦੇ ਹੱਥ ਧੋਵੋ ਜਾਂ ਤੁਸੀਂ ਕੀ ਯੂਜ਼ ਕਰ ਸਕਦੇ ਹੋ 70% ਅਲਕੋਹਲ ਬੇਸਡ ਜਿਹੜੇ ਸੈਨੀਟਾਈਜ਼ਰ ਹੈਗੇ ਆ ਤੁਸੀਂ ਉਹ ਯੂਜ਼ ਕਰ ਸਕਦੇ ਹੋ। ਐਂਡ ਜਦੋਂ ਤੁਸੀਂ ਕਿਤੇ ਪਬਲਿਕ ਪਲੇਸ ਦੇ ਵਿੱਚ ਗਏ ਹੋ, ਤੁਸੀਂ ਬਾਹਰ ਗਏ ਹੋ ਜਾਂ ਕੋਈ ਤੁਸੀਂ ਆਪਦੇ ਨੋਜ਼ ਨੂੰ ਜਾਂ ਆਈਜ਼ ਨੂੰ ਟੱਚ ਕੀਤਾ ਹੈ ਜਾਂ ਤੁਸੀਂ ਕਾਫੀ ਸਮੇਂ ਤੋਂ ਕੋਈ ਕੰਟੈਮੀਨੇਟਡ ਜ਼ੋਨ ਦੇ ਵਿੱਚ ਰਹੇ ਹੋ ਤਾਂ ਆਪਦੇ ਹੈਂਡਸ ਨੂੰ ਜਿਹੜਾ ਹੈਗਾ ਵਾਸ਼ ਕਰਦੇ ਰਹੋ। ਕਈ ਵਾਰ ਆਪਾਂ ਬਾਹਰ ਹੁੰਦੇ ਹਾਂ, ਆਪਣੇ ਕੋਲ ਸੋਪ ਅਵੇਲੇਬਲ ਨਹੀਂ ਹੁੰਦੀ ਤਾਂ ਆਪਾਂ ਕੀ ਕਰ ਸਕਦੇ ਹਾਂ, ਆਪਦੇ ਨਾਲ ਇੱਕ ਸੈਨੀਟਾਈਜ਼ਰ ਜਿਹੜਾ ਹੈਗਾ ਕੈਰੀ ਕਰ ਸਕਦੇ ਹਾਂ। ਅਤੇ ਉਹ ਸੈਨੀਟਾਈਜ਼ਰ ਦੀ ਇੱਕ ਹੀ ਕੰਡੀਸ਼ਨ ਹੈ 70% ਅਲਕੋਹਲ ਬੇਸਡ ਹੋਣੇ ਚਾਹੀਦੇ ਹੈ। ਅਗਰ ਆਪਣੇ ਕੋਲ ਸੋਪ ਵਾਟਰ ਅਵੇਲੇਬਲ ਨਹੀਂ ਹੈਗਾ ਤਾਂ ਆਪਾਂ ਉਹਨਾਂ ਨੂੰ ਹੈਂਡਸ 'ਤੇ ਰਬ ਕਰਕੇ ਆਪਦੇ ਹੈਂਡਸ ਨੂੰ ਸੈਨੀਟਾਈਜ਼ ਕਰ ਸਕਦੇ ਹਾਂ। ਸੋ ਬੱਚੋ ਇਹ ਇੱਕ ਹੈਬਿਟ ਬਣਾ ਲੈਣੀ ਹੈ ਵੀ ਤੁਸੀਂ ਸੈਨੀਟਾਈਜ਼ਰ ਹਮੇਸ਼ਾ ਆਪਦੇ ਨਾਲ ਕੈਰੀ ਕਰਨਾ। ਸੈਨੀਟਾਈਜ਼ਰ ਅਗਰ ਆਪਦੇ ਨਾਲ ਕੈਰੀ ਰੱਖੋਗੇ ਤਾਂ ਉਹਦੇ ਨਾਲ ਕੀ ਹੋਏਗਾ, ਤੁਹਾਡਾ ਜੋ ਹੈਂਡਸ ਦੀ ਹਾਈਜੀਨ ਹੈ ਉਹਨੂੰ ਸਿਰਫ ਕੈਰੀ ਨਹੀਂ ਕਰਨਾ, ਉਹਨੂੰ ਯੂਜ਼ ਵੀ ਕਰਨਾ ਹੈ ਹੈਂਡਸ ਦੀ ਹਾਈਜੀਨ ਨੂੰ ਮੇਨਟੇਨ ਕਰਨ ਦੇ ਲਈ। ਨੈਕਸਟ ਅਗਰ ਆਪਾਂ ਵੇਖੀਏ
कभी भी ये चीज़ का ख्याल रखना है। अगर तुसी हैंड वॉश कर रहे हो इट्स मच बैटर। अगर मान लो तुसी बाहर हो, तुसी हैंड सैनिटाइज नहीं किए हुए, कभी आपदे नोज़ आईज़ माउथ ਨੂੰ कदे अनवाश्ड हैंड ਨਾਲ टच नहीं करना। किसी भी तरह की सरफेस डोर नोब हो गया, डोर बैल होगी, थोड़ा परहेज करना है टच करने तो पहला। अगर टच करते हो तो ये चीज़ जरूर ख्याल रखना भी वॉश करने हैंड। कई बार आप पौड़ियां तो चढ़ रहे होंगे तो रेलिंग के उत्ते आप हथ घड़ीस घड़ीस के या आप टच कर करके उपर ਨੂੰ ਜਾਂਦੇ ਆ ਤਾਂ ਉਹ ਵੀ ਇੱਕ ਤਰ੍ਹਾਂ ਨਾਲ ਇਨਫੈਕਸ਼ਨ ਦਾ ਆਪਣੇ ਲਈ ਇੱਕ ਮੇਜਰ ਜਿਹੜਾ ਹੈਗਾ ਰੀਜ਼ਨ ਬਣ ਸਕਦਾ ਹੈ। ਹੁਣ ਅਗਰ ਆਪਾਂ ਗੱਲ ਕਰੀਏ ਰੈਸਪੀਰੇਟਰੀ ਹਾਈਜੀਨ ਦੀ, ਜੋ ਆਪਣੀ ਸਾਹ ਵਾਲੀ ਨਾਲੀ ਹੈ ਉਹਨੂੰ ਆਪਾਂ ਕਿਵੇਂ ਮੇਨਟੇਨ ਕਰ ਸਕਦੇ ਹਾਂ ਇਨਫੈਕਸ਼ਨ ਤੋਂ। ਸੋ ਇਹਦੇ ਵਿੱਚ ਕੀ ਹੈਗਾ, ਆਪਾਂ ਨੇ ਇੱਕ ਤਾਂ ਰੋਕਣਾ ਹੈ ਵੀ ਅਗਰ ਆਪਾਂ ਨੂੰ ਕੋਈ ਇਨਫੈਕਸ਼ਨ ਹੈ ਤਾਂ ਉਹ ਕਿਸੇ ਨੂੰ ਆਪਣੀ ਰੈਸਪੀਰੇਟਰੀ ਇਨਫੈਕਸ਼ਨ ਤੋਂ ਹੀ ਹੋਏਗਾ। ਠੀਕ ਹੈ, ਤਾਂ ਆਪਾਂ ਆਪਦੇ ਇਸ ਲਈ ਵੀ ਖਿਆਲ ਰੱਖਣਾ ਹੈ। ਦੂਸਰਾ, ਕਿਸੇ ਹੋਰ ਨੂੰ ਅਗਰ ਰੈਸਪੀਰੇਟਰੀ ਇਨਫੈਕਸ਼ਨ ਹੈਗਾ ਜਾਂ ਕੋਵਿਡ ਡਿਜ਼ੀਜ਼ ਹੈਗੀ ਹੈ ਤਾਂ ਆਪਾਂ ਨੂੰ ਵੀ ਉਹ ਆਪਣੇ ਰੈਸਪੀਰੇਟਰੀ ਟਰੈਕ ਨੂੰ ਇਨਫੈਕਟ ਕਰ ਸਕਦੀ ਹੈ, ਤਾਂ ਆਪਾਂ ਉਸ ਤੋਂ ਵੀ ਬਚਣਾ ਹੈ। ਮਤਲਬ ਆਪਾਂ ਦੂਜਿਆਂ ਨੂੰ ਬਚਾਉਣਾ ਵੀ ਹੈ ਅਤੇ ਆਪਾਂ ਖੁਦ ਵੀ ਬਚਣਾ। ਸੋ ਕੀ ਆਪਾਂ ਕਰ ਸਕਦੇ ਹਾਂ, ਡੂ ਯੂਜ਼ ਹੈਂਡਕਰਚੀਫ ਔਰ ਅ ਟਿਸ਼ੂ ਟੂ ਕਵਰ ਯੂਅਰ ਫੇਸ ਵਾਈਲ ਕਫਿੰਗ ਔਰ ਸਨੀਜ਼ਿੰਗ। ਜਦੋਂ ਵੀ ਤੁਹਾਨੂੰ ਖੰਘ ਆ ਰਹੀ ਹੈ ਜਾਂ ਜਦੋਂ ਵੀ ਤੁਹਾਨੂੰ ਸਨੀਜ਼ਿੰਗ ਹੈ, ਮਤਲਬ ਤੁਹਾਨੂੰ ਜ਼ੁਕਾਮ ਲੱਗਿਆ ਹੋਇਆ, ਤਾਂ ਉਸ ਸਮੇਂ ਹੈਂਡਕਰਚੀਫ ਜਾਂ ਟਿਸ਼ੂ ਜਿਹੜਾ ਹੈਗਾ ਤੁਸੀਂ ਉਹ ਯੂਜ਼ ਕਰਨਾ ਹੈ। ਹੈਂਡਕਰਚੀਫ ਮਤਲਬ ਰੁਮਾਲ ਜਿਹੜਾ ਹੈਗਾ ਤੁਸੀਂ ਕਵਰ ਕਰ ਲੈਣਾ ਆਪਦੇ ਫੇਸ ਨੂੰ। ਦੂਸਰੀ ਗੱਲ, ਜੋ ਵੀ ਤੁਹਾਡੇ ਕੋਲ ਅਗਰ ਤੁਸੀਂ ਟਿਸ਼ੂ ਪੇਪਰ ਯੂਜ਼ ਕਰ ਰਹੇ ਹੋ ਤਾਂ ਉਹਨੂੰ ਨਾਲ ਦੀ ਨਾਲ ਇੱਕ ਬੰਦ ਜਿਹੜਾ ਡਸਟਬਿਨ ਹੈ ਉਹਦੇ 'ਚ ਥਰੋ ਕਰਨਾ ਹੈ। ਐਂਡ ਜਦੋਂ ਅਗਰ ਤੁਹਾਡੇ ਕੋਲ ਇਨ ਕੇਸ ਰੁਮਾਲ ਨਹੀਂ ਹੈ, ਟਿਸ਼ੂ ਪੇਪਰ ਨਹੀਂ ਹੈ, ਤਾਂ ਤੁਹਾਨੂੰ ਅਗਰ ਸਨੀਜ਼ਿੰਗ ਆ ਰਹੀ ਹੈ ਜਾਂ ਤੁਹਾਨੂੰ ਕਫ ਆ ਰਹੀ ਹੈ ਤਾਂ ਤੁਸੀਂ ਕੀ ਕਰਨਾ ਹੈ, ਆਪਦੀ ਬਾਂਹ ਆਪਦੇ ਨੱਕ ਦੇ ਮੂੰਹ ਦੇ ਅੱਗੇ ਰੱਖ ਕੇ ਜਿਹੜਾ ਹੈਗਾ ਆਪਦੀ ਕੂਹਣੀ ਨੂੰ ਹਾਫ ਫੇਸ ਤੱਕ ਲਿਆ ਕੇ ਫਿਰ ਜਿਹੜਾ ਹੈਗਾ ਤੁਸੀਂ ਕਫ ਜਾਂ ਸਨੀਜ਼ਿੰਗ ਕਰਨੀ ਹੈ। ਸੋ ਦੈਟ ਉਹ ਜੋ ਡਰੋਪਲੇਟਸ ਹੈਗੀਆਂ ਜੋ ਤੁਹਾਡੇ ਮੂੰਹ ਜਾਂ ਨੱਕ ਦੇ ਵਿੱਚੋਂ ਨਿਕਲਣਗੀਆਂ ਉਹ ਤੁਹਾਡੀ ਸਰਾਊਂਡਿੰਗ ਦੇ ਵਿੱਚ ਨਾ ਜਾਣ। ਠੀਕ ਹੈ ਜੀ। ਐਂਡ ਆਪਦੇ ਹੱਥ ਜਿਹੜੇ ਹੈਗੇ ਆ ਲਗਾਤਾਰ ਜਦੋਂ ਹੀ ਤੁਹਾਨੂੰ ਸਨੀਜ਼ਿੰਗ ਜਾਂ ਕਫ ਹੁੰਦੀ ਹੈ ਉਦੋਂ ਬਾਅਦ ਆਪਦਾ ਵਾਸ਼ ਕਰ ਲੈਣੇ ਚਾਹੀਦੇ ਆ। ਦੂਸਰੀ ਗੱਲ, ਤੁਸੀਂ ਕਦੇ ਵੀ ਜਿਹੜਾ ਹੈਗਾ ਫੇਸ ਜਿਹੜਾ ਹੈਗਾ ਆਪਦਾ ਕਿਸੇ ਪੱਲੂ ਜਾਂ ਸਾੜੀ ਜਾਂ ਕਿਸੇ ਐਕਸਟਰਾ ਕੱਪੜੇ ਦੇ ਨਾਲ ਜਿਹੜਾ ਹੈਗਾ ਬੰਨਣਾ ਨਹੀਂ ਹੈ। ਪ੍ਰੋਪਰ ਜਿਹੜਾ ਹੈਗਾ ਤੁਹਾਡੇ ਕੋਲ ਹੋਣਾ ਚਾਹੀਦਾ ਆਪਦੇ ਰੈਸਪੀਰੇਟਰੀ ਟਰੈਕ ਨੂੰ ਕਵਰ ਕਰਨ ਦੇ ਲਈ। ਡੂ ਨਾਟ ਸਪਿਟ ਇਨ ਓਪਨ। ਥੁੱਕ ਜਿਹੜਾ ਹੈਗਾ ਤੁਸੀਂ ਬਾਹਰ ਓਪਨਲੀ ਨਹੀਂ ਸੁੱਟਣਾ। ਠੀਕ ਹੈ। ਐਂਡ ਜਿਹੜੇ ਹੈਗੇ ਆ ਕਿਉਂਕਿ ਇਹ ਬਹੁਤ ਜ਼ਿਆਦਾ ਕੀ ਕਰਦਾ ਹੈ, ਕੰਟੈਮੀਨੇਸ਼ਨ ਕ੍ਰੀਏਟ ਕਰ ਦਿੰਦਾ। ਸੋ ਤੁਸੀਂ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਖਾਸ ਕਰਕੇ ਖਿਆਲ ਰੱਖਣਾ ਹੈ। ਨੈਕਸਟ ਅਗਰ ਆਪਾਂ ਦੇਖੀਏ ਪ੍ਰੀਵੈਂਸ਼ਨ, ਅਗਰ ਪ੍ਰੀਵੈਂਟ ਦੀ ਗੱਲ ਕਰੀਏ ਤਾਂ ਸੋਸ਼ਲ ਡਿਸਟੈਂਸਿੰਗ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਇੱਕ ਅਗਰ ਆਪਾਂ ਆਪਦਾ ਫੇਸ ਕਵਰ ਕੀਤਾ ਹੋਇਆ ਅਤੇ ਦੂਸਰਾ ਅਗਰ ਆਪਾਂ ਕਿਸੇ ਦੂਸਰੇ ਇਨਸਾਨ ਤੋਂ ਇੱਕ ਸਪੈਸੀਫਿਕ ਡਿਸਟੈਂਸ 'ਤੇ ਅਗਰ ਆਪਾਂ ਖੜ੍ਹਦੇ ਹਾਂ ਤਾਂ ਆਪਾਂ ਨੂੰ ਇਨਫੈਕਸ਼ਨ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਆ। ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਹੈ ਉਹ ਆਪਾਂ ਨੂੰ ਮੇਨਟੇਨ ਕਰਨ ਦੇ ਵਿੱਚ ਆਪਦੇ ਆਪ ਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ। ਹੁਣ ਇਹ ਆਪਾਂ ਕਿਵੇਂ ਕਰ ਸਕਦੇ ਹਾਂ ਸੋਸ਼ਲ ਡਿਸਟੈਂਸਿੰਗ, 1 ਮੀਟਰ ਦੀ ਦੂਰੀ ਆਪਾਂ ਨੂੰ ਬਹੁਤ ਜ਼ਰੂਰੀ ਹੈ। ਸੋ ਆਪਾਂ ਹੋਮ ਵੀ ਕੈਨ ਸਟੇ ਐਟ ਦਾ ਹੋਮ, ਆਪਾਂ ਘਰ ਰਹਿ ਸਕਦੇ ਹਾਂ ਜ਼ਿਆਦਾਤਰ, ਬਿਨਾਂ ਕੰਮ ਤੋਂ ਆਪਾਂ ਬਾਹਰ ਨਾ ਜਾਈਏ, ਡਿਸਟੈਂਸ ਜਿਹੜਾ ਹੈਗਾ ਆਪਾਂ ਮੇਨਟੇਨ ਕਰਕੇ ਰੱਖੀਏ। ਐਂਡ ਅਗਰ ਆਪਾਂ ਕਿਸੇ ਪਬਲਿਕ ਪਲੇਸ ਦੇ ਵਿੱਚ ਹੈਗੇ ਹਾਂ ਤਾਂ ਬਾਹਲੀ ਭੀੜ ਨਾ ਬਣਾ ਕੇ ਖੜੀਏ, ਥੋੜ੍ਹਾ ਆਪ ਹੀ ਡਿਸਟੈਂਸ ਮੇਨਟੇਨ ਕਰਕੇ ਖੜੀਏ। ਕਰਾਊਡਡ ਪਲੇਸਿਸ ਲਾਈਕ ਮਾਰਕੀਟ, ਸ਼ਾਪਿੰਗ ਮਾਲਸ ਐਂਡ ਪਾਰਟੀਜ਼, ਉਦੋਂ ਹੀ ਜਾਈਏ ਜਦੋਂ ਬਹੁਤ ਜ਼ਿਆਦਾ ਲੋੜ ਹੈ, ਅਦਰਵਾਈਜ਼ ਆਪਾਂ ਅਵੋਇਡ ਕਰੀਏ ਗੈਟ ਟੂਗੈਦਰ। ਐਂਡ ਪਬਲਿਕ ਟਰਾਂਸਪੋਰਟ ਜਿਹੜਾ ਹੈਗਾ ਐਕਸੈਸਿਵ ਯੂਜ਼ ਨਾ ਕਰੀਏ, ਜਦੋਂ ਲੋੜ ਹੈ ਉਦੋਂ ਹੀ ਜਾਈਏ। ਐਂਡ ਅਗਰ ਆਪਾਂ ਨੂੰ ਇਨ ਕੇਸ ਇਹਨਾਂ ਚੀਜ਼ਾਂ ਨੂੰ ਵਰਤਣਾ ਪੈ ਰਿਹਾ, ਅਗਰ ਆਪਾਂ ਨੂੰ ਪਬਲਿਕ ਪਲੇਸਿਸ 'ਤੇ ਜਾਣਾ ਪੈ ਰਿਹਾ, ਪਬਲਿਕ ਵਹੀਕਲ 'ਤੇ ਜਾਣਾ ਪੈ ਰਿਹਾ, ਤਾਂ ਆਪਣੇ ਹੱਥ ਜਾਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨਾ ਐਂਡ ਆਪਦੇ ਫੇਸ ਨੂੰ ਕਵਰ ਕਰਕੇ ਰੱਖਣਾ, ਤਾਂ ਆਪਾਂ ਇਹ ਦੋਨੇ ਜਿਹੜੇ ਪ੍ਰੀਕੋਸ਼ਨਸ ਹੈਗੇ ਆ ਬਹੁਤ ਹੀ ਸਾਵਧਾਨੀ ਨਾਲ ਆਪਦੇ ਲਈ ਲਈਏ। ਜਿਹੜੇ ਹਾਈ ਏਜ ਗਰੁੱਪ ਹੈਗੇ ਆ ਉਹ ਹਾਈ ਰਿਸਕ ਗਰੁੱਪ ਕੰਸੀਡਰ ਹੁੰਦੇ ਆ, ਕਿਉਂਕਿ ਅਗਰ ਉਹਨਾਂ ਨੂੰ ਹਾਰਟ ਡਿਜ਼ੀਜ਼ ਹੈ ਜਾਂ ਡਾਇਬਟੀਜ਼ ਹੈਗੀ ਆ ਉਹਨਾਂ ਨੂੰ, ਜਾਂ ਲੰਗ ਡਿਜ਼ੀਜ਼ ਹੈ ਜਾਂ ਕਿਡਨੀ ਡਿਜ਼ੀਜ਼ ਹੈ ਜਾਂ ਕੋਈ ਕੈਂਸਰ ਮੈਡੀਟੇਸ਼ਨ ਚੱਲ ਰਹੀ ਹੈ ਉਹਨਾਂ ਦੀ, ਤਾਂ ਉਹਨਾਂ ਦੇ ਲਈ ਇਹ ਜਿਹੜਾ ਪ੍ਰੋਬਲਮ ਹੈਗੀ ਹੈ ਕੋਵਿਡ ਵਾਇਰਸ ਦੀ ਉਹ ਸੀਵੀਅਰ ਹੋ ਸਕਦੀ ਹੈ। ਸੋ ਇਹ ਬਿਹਤਰ ਹੈ ਵੀ ਆਪਾਂ ਉਹਨਾਂ ਨੂੰ ਸਪੈਸ਼ਲੀ ਘਰ ਕੁਆਰੰਟਾਈਨ ਕਰਕੇ ਰੱਖੀਏ ਜਾਂ ਉਹਨਾਂ ਨੂੰ ਘਰ ਰੱਖੀਏ, ਉਹਨਾਂ ਨੂੰ ਬਾਹਰ ਉਦੋਂ ਹੀ ਲੈ ਕੇ ਜਾਈਏ ਜਦੋਂ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਉਹਨਾਂ ਨੂੰ ਸੇਫ ਰੱਖਣਾ ਜਿਹੜਾ ਹੈਗਾ ਆਪਣੇ ਲਈ ਬਹੁਤ ਜ਼ਿਆਦਾ ਮੈਂਡੇਟਰੀ ਹੈ। ਹੁਣ ਅਗਰ ਆਪਾਂ ਦੇਖੀਏ ਵੀ ਪਬਲਿਕ ਹੈਲਥ ਨੂੰ ਸਪੋਰਟ ਕਰਨ ਦੇ ਲਈ ਆਪਾਂ ਕੀ ਕਰ ਸਕਦੇ ਹਾਂ, ਹੁਣ ਆਪਾਂ ਨੇ ਬਾਹਰ ਵੀ ਜਾਣਾ, ਅੰਦਰ ਵੀ ਆਉਣਾ ਹੈ, ਹਰ ਤਰ੍ਹਾਂ ਦਾ ਆਪਾਂ ਨੂੰ ਕੰਮ ਕਰਨਾ ਹੈ। ਸੋ ਆਪਾਂ ਆਪਦੇ ਜਿਹੜਾ ਓਲਡ ਏਜ ਜਿਹੜੇ ਗਰੁੱਪ ਹੈਗੇ ਆ ਉਹਨਾਂ ਤੋਂ ਆਪ ਹੀ ਇੱਕ ਦੂਰੀ ਮੇਨਟੇਨ ਕਰਕੇ ਰੱਖੀਏ, ਸੋ ਦੈਟ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਆਪਣੇ ਤੋਂ ਰਿਸਕ ਨਾ ਹੋ ਸਕੇ। ਅਗਰ ਆਪਾਂ ਨੂੰ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਮਹਿਸੂਸ ਹੁੰਦਾ ਆਪਾਂ ਖੁਦ ਨੂੰ ਦੂਸਰਿਆਂ ਤੋਂ ਸੈਪਰੇਟ ਕਰ ਲਈਏ, ਹੋਮ ਕੁਆਰੰਟਾਈਨ ਕਰ ਸਕਦੇ ਹਾਂ ਆਪਾਂ। ਠੀਕ ਹੈ ਜੀ। ਅਗਰ ਆਪਾਂ ਬਾਹਰ ਜਾ ਰਹੇ ਹਾਂ ਤਾਂ ਮਾਸਕ ਲਗਾ ਕੇ ਰੱਖੀਏ,
ਆਪਦੀ ਹੋਮ ਕੇਅਰ ਕਰੀਏ, ਠੀਕ ਹੈ। ਆਪਦੇ ਜਿਹੜੇ ਸੈਨੀਟਾਈਜ਼ਰ ਆ ਉਹ ਆਪਦੇ ਨਾਲ ਕੈਰੀ ਕਰੀਏ, ਸੋ ਦੈਟ ਸੋਸ਼ਲੀ ਵੀ ਜਿਹੜਾ ਹੈਗਾ ਆਪਾਂ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਸੇਫ ਰੱਖ ਸਕੀਏ। ਔਰ ਅਗਰ ਆਪਾਂ ਨੂੰ ਲੱਗਦਾ ਹੈ ਵੀ ਆਪਾਂ ਨੂੰ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਹੈ ਤਾਂ ਆਪਦੇ ਘਰੇ ਰੁਕੋ ਤੁਸੀਂ, ਠੀਕ ਹੈ ਜੀ। ਆਪਦੇ ਜਿਹੜੇ ਮੈਂਬਰ ਹੈਗੇ ਫੈਮਿਲੀ ਮੈਂਬਰ, ਉਹਨਾਂ ਨੂੰ ਵੀ ਆਪਦੇ ਕੰਟੈਕਟ ਦੇ ਵਿੱਚ ਨਾ ਆਉਣ ਦਿਓ। ਆਪਦੇ ਟਾਵਲ, ਆਪਦੀ ਬੈੱਡਸ਼ੀਟ, ਇਹ ਸਾਰਾ ਕੁਝ ਤੁਸੀਂ ਸੈਪਰੇਟ ਕਰ ਲਓ। ਜਿੰਨੀ ਦੇਰ ਤੱਕ ਤੁਹਾਨੂੰ ਆਪਦਾ ਸੈੱਟ ਨਹੀਂ ਲੱਗਦਾ, ਆਪਦੇ ਕੋਲ ਇੱਕ ਸੈਨੀਟਾਈਜ਼ਰ ਰੱਖੋ ਐਂਡ 3 ਲੇਅਰਡ ਮਾਸਕ ਜਿਹੜਾ ਹੈਗਾ ਹਮੇਸ਼ਾ ਆਲ ਟਾਈਮ ਤੁਸੀਂ ਇਹ ਯੂਜ਼ ਕਰਨਾ। ਐਂਡ ਜੋ ਮਾਸਕ ਆਪਾਂ ਲਗਾਉਣੇ ਆ ਉਹਦਾ ਡਿਸਪੋਜ਼ ਆਫ ਵੀ ਜਿਹੜਾ ਹੈਗਾ ਬਹੁਤ ਸਹੀ ਤਰੀਕੇ ਨਾਲ ਹੋਣਾ ਚਾਹੀਦਾ। ਜਨਰਲੀ ਕੀ ਹੁੰਦਾ, ਆਪਾਂ ਮਾਸਕ ਬਾਹਰ ਜਾਂਦੇ ਹਾਂ, ਲਗਾ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਉਹਨੂੰ ਉਵੇਂ ਸੁੱਟ ਦਿੰਦੇ ਹਾਂ। ਇਹ ਗਲਤ ਹੈ। ਜਦੋਂ ਤੁਸੀਂ ਜੋ ਮਾਸਕ ਯੂਜ਼ ਕੀਤਾ ਉਹਨੂੰ ਅੱਛੇ ਤਰੀਕੇ ਨਾਲ ਬਾਅਦ 'ਚੋਂ ਪ੍ਰੋਪਰ, ਅਗਰ ਉਹ 3 ਲੇਅਰਡ ਹੈ ਅਤੇ ਕੱਪੜੇ ਦਾ ਬਣਿਆ ਹੋਇਆ ਤਾਂ ਤੁਸੀਂ ਉਹਨੂੰ ਪ੍ਰੋਪਰ ਵਾਸ਼ ਕਰਕੇ, ਪ੍ਰੋਪਰ ਉਹਨੂੰ ਧੁੱਪ ਲਗਾ ਕੇ ਫਿਰ ਦੁਬਾਰਾ ਰੀਯੂਜ਼ ਕਰ ਸਕਦੇ ਹੋ। ਅਗਰ N95 ਜਾਂ 96 ਮਾਸਕ ਹੈਗਾ, ਉਹਨੂੰ ਤੁਸੀਂ ਓਜ਼ੋਨ ਦੇ ਨਾਲ ਸਟਰਲਾਈਜ਼ ਕਰਵਾ ਸਕਦੇ ਹੋ, ਠੀਕ ਹੈ ਜੀ। ਐਂਡ ਇਹ ਮਾਸਕ ਜਿਹੜਾ ਹੈਗਾ ਹਮੇਸ਼ਾ ਹੀ ਤੁਸੀਂ ਆਪਦੇ ਨਾਲ ਲਗਾ ਕੇ ਰੱਖਣਾ ਹੈ। ਅਤੇ ਜਿੰਨੀ ਦੇਰ ਤੱਕ ਤੁਹਾਡਾ ਕੁਆਰੰਟੀਨ ਪੀਰੀਅਡ ਪੂਰਾ ਨਹੀਂ ਹੁੰਦਾ, ਤੁਹਾਨੂੰ ਆਪਦੀ ਹੈਲਥ ਦੇ ਵਿੱਚ ਇੰਪਰੂਵਮੈਂਟ ਨਹੀਂ ਲੱਗਦੀ, ਬੱਚਿਆਂ ਨੂੰ ਅਤੇ ਵੱਡਿਆਂ ਨੂੰ ਆਪਦੇ ਕੰਟੈਕਟ ਦੇ ਵਿੱਚ ਨਹੀਂ ਆਉਣ ਦੇਣਾ। ਸੋ ਆਈ ਥਿੰਕ ਇਹੀ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਕੋਵਿਡ ਵਾਇਰਸ ਦੇ ਦੌਰਾਨ ਖਿਆਲ 'ਚ ਰੱਖੀਆਂ ਅਤੇ ਆਪਾਂ ਖਿਆਲ ਦੇ ਵਿੱਚ ਰੱਖਣੀਆਂ। ਸੈਨੀਟਾਈਜ਼ਰ, ਮਾਸਕ ਆਪਦੀ ਰੈਗੂਲਰ ਲਾਈਫ ਦਾ ਹਿੱਸਾ ਬਣਾ ਲੈਣਾ ਆਪਾਂ, ਐਂਡ ਰੈਗੂਲਰ ਹੈਂਡ ਵਾਸ਼। ਇਹ 3 ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਇਸ ਡਿਜ਼ੀਜ਼ ਦੇ ਨਾਲ ਸਸਟੇਨ ਕਰਨ ਦੇ ਵਿੱਚ ਕਾਫੀ ਹੈਲਪ ਕਰਨਗੀਆਂ। ਜ਼ਿਆਦਾਤਰ ਲੋਕਾਂ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ, ਬਟ ਜਿਹੜੇ ਛੋਟੇ ਏਜ ਗਰੁੱਪ ਹੈਗੇ ਆ ਉਹਨਾਂ ਦੇ ਵਿੱਚ ਹਜੇ ਵੀ ਵੈਕਸੀਨੇਸ਼ਨ ਨਹੀਂ ਹੋਈ। ਬਹੁਤ ਸਾਰੇ ਕੇਸਿਸ ਇੱਦਾਂ ਆ ਰਹੇ ਆ ਵੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੋਵਿਡ ਵਾਇਰਸ ਜਿਹੜਾ ਹੈਗਾ ਇਨਫੈਕਟ ਕਰ ਰਿਹਾ, ਤਾਂ ਜੋ ਸਟੱਡੀ ਹੈਗੀ ਆ ਉਹ ਪ੍ਰਭਾਵਿਤ ਹੋ ਸਕਦੀ ਹੈ ਇਹਨਾਂ ਚੀਜ਼ਾਂ ਚੱਲਦਿਆਂ। ਸੋ ਇਸ ਲਈ ਆਪਾਂ ਬੱਚੇ ਹੋਣ ਦੇ ਨਾਲ ਇੱਕ ਅੱਛੇ ਸਟੂਡੈਂਟ ਹੋਣ ਕਰਕੇ ਆਪਾਂ ਇਹਨਾਂ 3 ਚੀਜ਼ਾਂ ਦਾ ਖਿਆਲ ਰੱਖਣਾ। ਬੱਚਿਓ, ਮਾਸਕ ਲਗਾ ਕੇ ਰੱਖਣਾ, ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣੀ ਹੈ ਅਤੇ ਹੈਂਡਸ ਨੂੰ ਸੈਨੀਟਾਈਜ਼ ਕਰਦੇ ਰਹਿਣਾ। ਅਤੇ ਐਸੇ ਨਾਲ ਹੀ ਆਪਾਂ ਜਿਹੜਾ ਵਾਇਰਸ ਹੈ ਉਹਨੂੰ ਐਕਸਪੋਜ਼ ਕਰ ਲਾਂਗੇ ਅਤੇ ਆਪਾਂ ਜਿੱਤ ਜਾਂਗੇ, ਜਿਵੇਂ ਕਿ ਆਪਾਂ ਪਹਿਲਾਂ ਵੀ ਜਿੱਤੇ ਹਾਂ। ਸੋ ਦਿਸ ਇਜ਼ ਆਲ ਅਬਾਊਟ ਸਟੂਡੈਂਟਸ। ਆਈ ਹੋਪ ਤੁਹਾਨੂੰ ਮੇਰਾ ਇਹ ਸੈਸ਼ਨ ਸਮਝ ਆਇਆ ਹੋਇਆ ਹੋਗਾ, ਅੱਛਾ ਲੱਗਿਆ ਹੋਏਗਾ। ਮਿਲਦੇ ਹਾਂ ਫਿਰ ਅਗਲੀ ਕਲਾਸ ਦੇ ਵਿੱਚ ਕਿਸੇ ਨਵੇਂ ਟੌਪਿਕ ਦੇ ਨਾਲ। ਉਨੀ ਦੇਰ ਤੱਕ ਖਿਆਲ ਰੱਖੋ ਆਪਣਾ ਅਤੇ ਆਪਣਿਆਂ ਦਾ। ਟੇਕ ਕੇਅਰ। ਥੈਂਕ ਯੂ।